सिमरो अंगद दुख निकंदन। गुरु अमर दास हृदय नित त्याओ, हृदय नित त्याओ। श्री गुरु रामदास गुण गाओ। गुरु अर्जन विघ्नन के नाशक, विघ्नन के नाशक। श्री हर गोविंद सुमत प्रकाशक। श्री हर राय नमो कर जोरी, नमो कर जोरी। श्री हर कृष्ण मनाऊं गौरी। गुरु तेग बहादुर परम कृपाला, परम कृपाला। श्री गुरु गोबिंद सिंह विशाला। तरों तरा पर पुन पुन सीसा, पुन पुन सीसा। बंदो बार बार जगदीसा। एक अंकारा सतगुरु प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। सवैया हर गोविंद नंदन नंदन को अब बंधन के पद जियर बिंदु। दुख धुंध निकंदन आनंद कंद मुकंद बिलंद करी जिन हिंदू। वाहिगुरु जी का खालसा, वाहिगुरु जी की फतेह। आओ गुरु प्यारे, गुरु सवारे सत्संगी जनो, रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। ਆਪਾਂ ਵਿਚਾਰਾਂ ਆਰੰਭ ਕੀਤੀਆਂ ਹਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਜੀਵਨ ਦੀਆਂ। ਉਸ ਤੋਂ ਪਹਿਲਾਂ ਕੁਝ ਮੰਗਲਾਚਰਨ ਭਾਈ ਸਾਹਿਬ ਜੀ ਨੇ ਕੀਤੇ, ਸਤਿਗੁਰਾਂ ਦੀ ਅੱਗੇ ਅਰਦਾਸ ਬੇਨਤੀਆਂ ਜੋਦਣੀਆਂ ਤਾਂ ਕਿ ਜਿਹੜੀ ਕਥਾ ਮੈਂ ਆਰੰਭ ਕੀਤੀ ਹੈ ਸਤਿਗੁਰੂ ਕਿਰਪਾ ਕਰਕੇ ਨਿਰਵਿਘਨਤਾ ਸਹਿਤ ਪੂਰੀ ਕਰਵਾ ਲੈਣ। ਪਿਛਲੇ ਦਿਨੀ ਆਪਾਂ 9ਵੇਂ ਪਾਤਸ਼ਾਹ ਜੀ ਤੱਕ ਮੰਗਲਾਚਰਨ ਸਰਵਣ ਕੀਤੇ ਸੀ। ਅੱਗੇ 10ਵੇਂ ਪਾਤਸ਼ਾਹ ਜੀ ਦੇ ਪਰਥਾਏ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਜੋਦਣੀਆਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਕਿਵੇਂ ਬੇਨਤੀਆਂ ਕਰਦੇ ਆ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਹਰਿ ਗੋਬਿੰਦ ਨੰਦਨ ਨੰਦਨ ਕੋ ਵੰਦਨਾ ਕੇ ਪਦ ਜੀ ਅਰਬਿੰਦੂ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ 10ਵੇਂ ਪਾਤਸ਼ਾਹ ਕਲਗੀਧਰ ਪੁੱਤਰਾਂ ਦੇ ਦਾਤੇ, ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ ਸਤਿਗੁਰੂ ਉਹਨਾਂ ਦੇ ਪਰਥਾਏ ਸੰਤੋਖ ਸਿੰਘ ਜੀ ਲਿਖਦੇ ਹਨ ਆਪਣੀ ਛੰਦਾਬੰਦੀ ਦੇ ਮੁਤਾਬਕ ਹਰ ਗੋਬਿੰਦ ਨੰਦਨ ਨੰਦ ਕੋ। ਹਰ ਗੋਬਿੰਦ ਸਾਹਿਬ ਜੀ ਦੇ ਪੁੱਤਰ ਦੇ ਪੁੱਤਰ ਭਾਵ ਗੁਰੂ ਗੋਬਿੰਦ ਸਿੰਘ ਜੀ, ਹਰ ਗੋਬਿੰਦ ਸਾਹਿਬ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੇ ਸੋਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਅਭਿਬੰਧਨ ਪੂਜਣ ਜੋਗਿਆ ਹਨ, ਉਹਨਾਂ ਦੇ ਚਰਨਾਂ ਕਮਲਾਂ 'ਤੇ ਮੈਂ ਨਮਸਕਾਰ ਕਰਦਾ ਹਾਂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ਬਿਲੰਦ ਕਰੀ ਜਿਨ ਹਿੰਦੂ। ਉਹ ਸੰਤ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਦੁੱਖ ਦੁੰਦ ਨਿਕੰਦਨ, ਸੰਸਾਰ ਨੂੰ ਦੁੱਖਾਂ ਦੇ ਧੁੰਦ ਵਿੱਚੋਂ, ਦੁੱਖਾਂ ਦੇ ਕਲੇਸ਼ਾਂ ਵਿੱਚੋਂ ਕੱਢਣ ਵਾਲੇ, ਆਨੰਦ ਖੁਸ਼ੀਆਂ ਦੇਣ ਵਾਲੇ ਮੁਕਤੀ ਦਾਤੇ, ਜਿਨ੍ਹਾਂ ਨੇ ਭਾਰਤੀ ਲੋਕਾਂ ਦੇ ਗੁਰੂ ਪਿਆਰੋ ਉੱਤੇ ਬੜਾ ਉਪਕਾਰ ਕੀਤਾ, ਜਿਨ੍ਹਾਂ ਨੂੰ ਉਸ ਵੇਲੇ ਹੋ ਰਹੇ ਜ਼ੁਲਮ ਤੋਂ ਮੁਕਤ ਕੀਤਾ।
ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੁਭਾਏਮਾਨ ਹਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਅਤੇ ਉਹਨਾਂ ਦੇ ਹਜ਼ੂਰੀ ਵਿੱਚ ਕਸ਼ਮੀਰ ਦੇ ਪੰਡਤ ਆਉਂਦੇ ਹੈ, ਰੋਂਦੇ ਹੋਏ ਬੇਨਤੀਆਂ ਕਰਦੇ ਆ, ਮਹਾਰਾਜ ਸਾਡਾ ਧਰਮ ਖਤਮ ਦੀ ਹੋਣ ਦੀ ਕਗਾਰ 'ਤੇ ਹੈ। ਔਰ ਮੌਕੇ ਦਾ ਰਾਜਾ ਜੋ ਔਰੰਗਜ਼ੇਬ ਬੜਾ ਹੀ ਜ਼ੁਲਮ ਕਰ ਰਿਹਾ ਹੈ, ਜ਼ਿਆਦਾਤਰ ਜਿਹੜੇ ਵਿਦਵਾਨ ਪੰਡਤ ਹੈ ਉਹਨਾਂ ਨੂੰ ਮਾਰਦਾ ਜਾ ਰਿਹਾ ਜਾਂ ਮੁਸਲਮਾਨ ਬਣਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਕੁਝ ਸਮਾਂ ਸੋਚਦੇ ਹਨ ਅਤੇ ਫਿਰ ਉਹਨਾਂ ਦੇ ਕੋਲ ਉਹਨਾਂ ਦੇ ਸਪੁੱਤਰ 9 ਸਾਲ ਦੀ ਆਯੂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਪਿਤਾ ਜੀ ਕੀ ਕਾਰਨ ਹੈ, ਇਹ ਕੌਣ ਲੋਕ ਹਨ, ਇਹ ਕਿਉਂ ਰੋ ਰਹੇ ਹੈ? ਤਾਂ ਪ੍ਰੀਤਮ ਕਹਿੰਦੇ, ਪੁੱਤਰਾ ਇਹ ਕਸ਼ਮੀਰ ਦੇ ਪੰਡਤ ਹਨ, ਔਰ ਇਸ ਵੇਲੇ ਜੋ ਮੌਕੇ ਦੀ ਸਰਕਾਰ ਹੈ ਭਾਰਤ ਉੱਤੇ ਮੁਗਲਾਂ ਦਾ ਜ਼ੋਰ ਹੈ, ਔਰੰਗਜ਼ੇਬ ਰਾਜਾ ਹੈ ਦਿੱਲੀ ਦੇ ਵਿੱਚ, ਉਸ ਦਾ ਹੁਕਮ ਹੈ ਕਿ ਸਾਰੀ ਦੁਨੀਆ ਨੂੰ ਮੁਸਲਮਾਨ ਬਣਾਇਆ ਜਾਵੇ, ਪਰ ਉਹਦੇ ਵਾਸਤੇ ਠੀਕ ਨਹੀਂ ਹੈ। ਔਰ ਇਹਨਾਂ ਦੇ ਧਰਮ ਨੂੰ ਹੁਣ ਖਤਰਾ ਹੈ, ਉਹ ਹਿੰਦੂ ਲੋਕਾਂ ਨੂੰ ਮਾਰ ਕੇ ਮੁਸਲਮਾਨ ਬਣਾਉਂਦਾ ਜਾ ਰਿਹਾ ਹੈ, ਉਹਨਾਂ ਨੂੰ ਬਚਾਉਣ ਦੀ ਲੋੜ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਫਿਰ ਦੱਸੋ ਕੀ ਕਰਨਾ ਚਾਹੀਦਾ? ਕਹਿਣ ਲੱਗੇ ਕੋਈ ਤਪੱਸਵੀ ਯੋਧਾ ਪਰਮੇਸ਼ਰ ਦਾ ਪਿਆਰਾ ਜਾ ਕੇ ਉਸ ਨੂੰ ਰੋਕ ਸਕਦਾ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਤਪੱਸਵੀ ਯੋਧਾ ਹੋਰ ਕੌਣ ਹੋ ਸਕਦਾ, ਤੁਸੀਂ ਇਹ ਕਾਰਜ ਕਰੋ। ਭਾਵ ਗੁਰੂ ਗੋਬਿੰਦ ਸਿੰਘ ਜੀ ਨੇ ਦਇਆ ਕਰਕੇ ਆਪਣੇ ਪਿਤਾ ਜੀ ਨੂੰ ਬੇਨਤੀ ਕੀਤੀ, ਇਹ ਭਾਰਤ ਵਾਸੀਆਂ ਦੇ ਵਾਸਤੇ, ਵੈਸੇ ਗੁਰੂ ਤਾਂ ਆਲ ਵਰਲਡ ਦਾ ਹੈ, ਇਕੱਲੇ ਹਿੰਦੂਆਂ ਦਾ ਧਰਮ ਰੱਖਣ ਵਾਸਤੇ ਨਹੀਂ ਆਇਆ। ਹਾਂ, ਉਸ ਵੇਲੇ ਭਾਰਤ ਵਰਸ਼ ਦੇ ਲੋਕ ਜਿਹੜੇ ਸਨ ਉਹ ਬੜੇ ਦੁਖੀ ਕੀਤੇ ਸਨ ਔਰੰਗਜ਼ੇਬ ਨੇ, ਉਸ ਵੇਲੇ ਉਹਨਾਂ ਦੀ ਵੀ ਸੁਣੀ ਆ। ਔਰ ਕਿਤੇ ਅਸਾਮ ਦੇ ਵਿੱਚ ਜਾ ਕੇ ਅਸਾਮ ਦੇ ਰਾਜੇ ਨਾਲ ਇਸ ਭਾਰਤ ਦੇ ਰਾਜੇ ਦੀ ਜਿਹੜੀ ਹੈ ਸੰਧੀ ਵੀ ਕਰਾਉਂਦੇ ਆ। ਗੁਰੂ ਤੇਗ ਬਹਾਦਰ ਮੈਂ ਜਿੱਥੇ ਵੀ ਯਾਦ ਕੀਤਾ ਜਾਂਦਾ ਉੱਥੇ ਹੀ ਪਹੁੰਚ ਕੇ ਮਦਦ ਕਰਦੇ ਆ। ਤੇਗ ਬਹਾਦਰ ਸਿਮਰਿਆ ਕਰਨੌਨੇ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਭਾਈ ਸਾਹਿਬ ਜੀ ਲਿਖਦੇ ਹਨ, ਐਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਹ ਭਾਰਤ ਦੇ ਧਰਮ ਨੂੰ ਬਚਾਉਣ ਵਾਸਤੇ, ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਬੜਾ ਉਪਕਾਰ ਕੀਤਾ ਹੈ, ਅਤੇ ਬਸ਼ਰਤੇ ਭਾਰਤ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਦੇ ਉਹ ਉਪਕਾਰ ਭੁਲਾਉਣੇ ਨਹੀਂ ਚਾਹੀਦੇ। ਤੁਰ ਕਹਿੰਦ ਓਡਿੰਦ ਨਰਿੰਦ ਤਿਨੇ, ਗੁਰੂ ਗੋਬਿੰਦ ਸਿੰਘ ਸਭੇ ਜਗ ਬਿੰਦੂ। ਔਰ ਉਸ ਵੇਲੇ ਜਦੋਂ ਕਿ ਭਾਰਤ ਵਿੱਚ ਜ਼ੁਲਮ ਦਾ ਰਾਜ ਚੱਲ ਰਿਹਾ ਸੀਗਾ, ਤੁਰਕਾਂ ਦਾ ਬਾਦਸ਼ਾਹ ਜਿਹੜਾ ਹੈ ਤੁਰਕ-ਇੰਦ, ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ, ਓਡਿੰਦ ਜ਼ੁਲਮ ਦੀ ਜਿਹੜੀ ਹੈ ਰਾਤ ਵਿੱਚ ਚੰਦਰਮਾ ਵਾਂਗ ਚਮਕ ਰਿਹਾ ਸੀ, ਜਿਵੇਂ ਹਨੇਰਾ ਚੰਦਰਮਾ ਚਮਕਦਾ ਹੈ। ਉਸ ਵੇਲੇ ਜ਼ੁਲਮ ਦੀ ਰਾਤ ਵਿੱਚ, ਭਾਵ ਜ਼ੁਲਮ ਦੇ ਲਈ ਉਹ ਔਰੰਗਜ਼ੇਬ ਬੜਾ ਚਮਕ ਰਿਹਾ ਸੀ ਦੁਨੀਆ ਵਿੱਚ, ਅਤੇ ਚੰਦਰਮਾ ਦੇ ਪ੍ਰਕਾਸ਼ ਨੂੰ ਖਤਮ ਕਰ ਸਕਦਾ। ਸੂਰਜ ਚੜ੍ਹ ਗਿਆ, ਚੰਦਰਮਾ ਦਿਸਦਾ ਹੀ ਨਹੀਂਗਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਨੋ ਸੂਰਜ ਬਣ ਕੇ ਉਸ ਔਰੰਗਜ਼ੇਬ ਦੇ ਤਪਤੇਜ ਨੂੰ ਖਤਮ ਕੀਤਾ ਔਰ ਸੰਸਾਰ ਦਾ ਜਿਹੜਾ ਹੈ ਧਰਮ ਬਚਾਉਣਾ ਕੀਤਾ ਹੈ। ਸਰਪਿੰਦ ਗਰਿੰਦ ਖਗਿੰਦ ਤੋਲੰ, ਬਲਵੰਡ ਅਖੰਡ ਸਰਿੰਦੇ ਇੰਦੂ। ਬੜੀ ਕਮਾਲ ਦੀ ਛੰਦਾਬੰਦੀ ਹੈ ਮੇਰੇ ਪ੍ਰੀਤਮ ਮਹਾਰਾਜ ਜੀ ਦੀ। ਸਰਪਿੰਦ, ਸੱਪਾਂ ਦਾ ਇੰਦਰ, ਸੱਪਾਂ ਦਾ ਰਾਜਾ ਕੌਣ ਹੈ? ਸ਼ੇਸ਼ਨਾਗ, ਜਿਹੜਾ ਸਾਰੇ ਸੱਪਾਂ ਦਾ ਵੱਡਾ ਹੈ। ਸਰਪਿੰਦ, ਇੰਦ ਸ਼ਬਦ ਵਰਤਿਆ ਜਾਂਦਾ ਹੈ ਕਿਸੇ ਦੇ ਵੱਡੇ ਵਾਸਤੇ ਜੋ ਸਭ ਤੋਂ ਵੱਡਾ ਹੈ। ਤੁਰਕਿੰਦ ਔਰੰਗਜ਼ੇਬ, ਸਰਪਿੰਦਰ ਸ਼ੇਸ਼ਨਾਗ, ਗਿਰ ਇੰਦਰ ਪਹਾੜੀ ਰਾਜੇ। ਤਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ੇਸ਼ਨਾਗ ਵਰਗੇ ਪਹਾੜੀ ਰਾਜਿਆਂ ਨੂੰ, ਖਗਿੰਦ ਪੰਛੀਆਂ ਦਾ ਰਾਜਾ ਕੌਣ ਹੈ? ਗਰੜ ਪੰਛੀ, ਸੱਪ ਨੂੰ ਖਤਮ ਕਰਨ ਵਾਲਾ ਹੈ ਗਰੜ ਪੰਛੀ। ਅਤੇ ਤੁਰਕਾਂ ਦਾ ਜਿਹੜਾ ਰਾਜਾ ਹੈ ਔਰੰਗਜ਼ੇਬ, ਸੱਪ ਦੀ ਨਿਆਈ। ਔਰ ਉਹਦੇ ਨਾਲ ਰਲ ਗਏ ਪਹਾੜੀ ਰਾਜੇ, ਭੀਮ ਚੰਦ ਵਰਗੇ। ਔਰ ਗੁਰੂ ਗੋਬਿੰਦ ਸਿੰਘ ਇਹਨਾਂ ਵਾਸਤੇ ਬਣ ਗਿਆ ਗਰੜ ਪੰਛੀ। ਕਹੋ ਸਤਨਾਮ ਸ੍ਰੀ। ਗੁਰੂ ਗੋਬਿੰਦ ਸਿੰਘ ਨੇ ਮਾਨੋ ਗਰੜ ਪੰਛੀ ਬਣ ਕੇ ਤੁਲੰਗ ਬਲਵੰਡ ਅਖੰਡ ਸੁਰਿੰਦ ਹੈ ਇੰਦੂ, ਇਹਨਾਂ ਪਹਾੜੀ ਰਾਜਿਆਂ ਨੂੰ, ਇਹਨਾਂ ਮੁਗਲ ਰਾਜਿਆਂ ਨੂੰ
सतगुरु गोबिंद सिंह महाराज जी ने इयों खत्म किया है। ऐसे गुरु गोबिंद सिंह जी के चरणों विच मैं जो सुरिंधा इंदू इंद्र तो भी वड्डा है, नमो राज राजे नमो साज साजे, जदों ये शब्द असीं गाउने आ जिथे गुरु गोबिंद सिंह जी जाप साहब नूं गाउंदे होए परमेश्वर नूं समर्पित हन, उन्हां दी सिफत कर रहे हैं। जे तुसीं जाप साहब नूं पढ़दे होए ये सोच लो कि मैं ये सिफत मेरे गुरु गोबिंद सिंह दी कर रहा तो अत कथनी नहीं है। गुर परमेश्वर एको जान। तो गुरु गोबिंद सिंह जी राजियां दे राजे, नमो सर्ब राजे नमो सर्ब साजे नमो सर्ब करता नमो सर्ब हरता, परमेश्वर ही गुरु बन के दुनिया विच आया। धन गुरु गोबिंद सिंह महाराज जी जो सृष्टि देवी देवतियां दे राजे सब दे मुखी मालक हन, उन्हां दे चरनां विच नमस्कार है जी। कवित कात कल ताल में प्रफुल्लित विशाल दल, मृदल मृदल तल लाल लाल मानिए। जिस तरह सरोवर दे विच वड्डियां पत्तियां वाले कमर शोभ रहे हन, उसे तरह ही वड्डियां फौजां दे सहित वड्डियां फौजां वाले धन गुरु गोबिंद सिंह जी दे पवित्र चरण कमल दे फुल दी न्याई फौजां दे सरोवर विच संसार सरोवर विच सुभाएमान हन, प्रफुल्लित हो रहे हन। राजत मराल राज संतन समाज पास पास है, पराग दिन रैन में सुहानी है। मराल कहंदे हन गुरु प्यारिओ हंसां नूं, ते इत्थे मराल राज परमहंस कौन हन? संत। हंस एक पंछी भी है जिहड़ा मोतियां दी चोग चुगदा है, पर सतगुरां ने ये हंस शब्द जिहड़ा है परमहंस करके उन्हां गुरमुखां वास्ते वरतिया है जिहड़े गुरु नाल एकमिक हो चुके हैं। धन गुरु अमरदास जी महाराज के समय एक सिख है उन्हां दा, उस नूं भी सतगुरु परमहंस कहंदे हन। ते गुरु प्यारिओ वो सिख जिहड़ा है एक दिन उस सिख नूं पातशाह कहन लगे, लै भी सिखा तैनूं गुरता गद्दी दे के आपदे विच मिला लीए। वो कहंदा ना महाराज ये गुरता गद्दी साथों नहीं संभनी। कहो सतनाम। सानूं तां सिख ही बनाई रखो, इन्ना ही बहुत आ। सिख बन जाइए तो बहुत वड्डी गल आ। सिख बनना किहड़ा सौखा है। सो सिख सखा बंद पै भाई, जे गुर के भाणे विच आवे अपने भाणे जो चले भाई विछड़ चोटां खावे। ਤਾਂ ਗੁਰੂ ਪਿਆਰਿਓ ਭਾਈ ਪਾਰੋ ਜਿਸ ਦਾ ਨਾਮ ਹੈ ਤੇ ਸਤਿਗੁਰਾਂ ਨੇ ਉਹਨੂੰ ਤਖੱਲਸ ਦਿੱਤਾ ਹੈ ਪਰਮਹੰਸ, ਭਾਵ ਉਹਦੀ ਬਿਰਤੀ ਐਸੀ ਬਣ ਚੁੱਕੀ ਸੀ। ਹੁਣ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਾਡੇ ਮੁਖ ਤੋਂ ਨਿਕਲ ਗਿਆ ਬਚਨ, ਅਸੀਂ ਤੈਨੂੰ ਵਿੱਚ ਮਿਲਾਉਣਾ ਤੇ ਸਾਧ ਜੇ ਬੋਲੇ ਸਹਿਜ ਸੁਭਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ। ਇਹ ਹੁਣ ਕਿਵੇਂ ਹੋ ਸਕਦਾ ਹੈ? ਮੈਂ ਮਿੱਤਰਾ ਜਾਂ ਤਾਂ ਗੱਦੀ ਸਾਂਭਲਾ ਤੇ ਜਾਂ ਫਿਰ ਇਹ ਸਰੀਰ ਤੇ ਆ ਕੇ ਮੇਰੇ ਵਿੱਚ ਮਿਲ ਜਾ। ਕਹਿੰਦਾ ਜੀ ਇਹ ਠੀਕ ਆ, मैं शरीर ते आके तुहाडे विच मिल सकदा पर गद्दी तां मुश्किल है। कहंदे जा फिर जा करे त्याग दे शरीर, हुण तेरा समा आ गया। भाई पारो परमहंस जो माझे दे इलाके विच रहिंदे हन, सतगुरां दे अनन्य प्यारे सेवक घरे जांदे आ। घर जाके उन्हां ने एक माया दी थैली साइड ते कीती आ, एक रेशमी कपड़े दा थान लिया और एक जिहदे उत्ते घोड़ी ते चढ़िया करदे आ, वो तीन चीज़ां सिखां नूं फड़ातियां बई ये तीन चीज़ां जा करके सतगुरु अमरदास जी नूं मेरे वल्लों भेंट कर दिओ ते नाले कह दिओ जी भाई पारो आ गया सोडे कोल। कहो सतनाम। ते इन्हां कह के ही कहंदे ओ सिख ने जप कीता जपजी साहिब दा, और चादर लैके लंबा पिया ते कदों दा शरीर ठंडा होया, भाव शरीर दे विचों जोत अपनी मर्जी नाल इहो जे परमहंस ब्रह्म ज्ञानी रब दे प्यारे कढ़ लेंदे आ। ते वो तिन्ने चीज़ां आ गईयां सतगुरु अमरदास जी कोल सिख ले आए। लो महाराज तुहाडा सिख जिहड़ा है शरीर त्याग चुकिया है, आ तीन वस्तुआं तुहानूं भेंट करदा। ते गुरु अमरदास जी ने अपने अनन्य प्यारे सिख जिन्हां नूं अगे गुरता गद्दी दित्ती आ रामदास जी, उन्हां नूं बुलाया, लै पुत्रा आ घोड़ी ते तूं चढ़ना है और ये रेशम के कपड़े आ, मैं तो खद्दड़ नाल ही टाइम टपा लिया। पातशाह ने सिर्फ 4 चादरे रखते सन, 2 चादरे धो के रखे होंदे, 2 पहने होंदे। इशनान करके धोते पहन लेंदे, दूजे फिर धोते जाते। मैं तो सिंपल सादा जीवन बतीत किया है, और पर तू शाही ठाठ वाला जीवन बतीत करना है।
ਆ ਰੇਸ਼ਮੀ ਕੱਪੜਾ ਇਹਦੇ ਚੋਲੇ ਬਣਾਉਣੇ ਆ, ਔਰ ਆ ਮਾਇਆ ਤੇਰੇ ਘਰ ਵਿੱਚ ਬਹੁਤ ਆਵੇਗੀ। ਅੱਜ ਵੇਖੋ ਹਰਿਮੰਦਰ ਸਾਹਿਬ ਦੇ ਵਿੱਚ ਕਿਤਨੀ ਮਾਇਆ ਗੁਰੂ ਸਾਹਿਬ ਦੇ ਬਚਨ ਹੋਏ ਨੇ। ਔਰ ਸ਼ਾਹੀ ਠਾਲ ਨਾਲ ਰਹਿਣਾ ਹੈ। ਤੇ ਭਾਈ ਗੁਰਦਾਸ ਨੇ ਲਿਖ ਦਿੱਤਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਦਿੱਤਾ ਲਈਏ ਆਪਣਾ ਅਨ ਦਿੱਤਾ ਕਿਛ ਹੱਥ ਨ ਆਵੇ। ਪੀੜੀ ਚੱਲੀ ਸੋਢੀਆਂ। ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਪੌੜੀ ਲਿਖ ਕੇ ਮਾਨੋ ਉਹਨਾਂ ਨੂੰ ਤਖਤ ਤੇ ਬੈਠੇ ਕਿ ਰਾਜੇ ਦਾ ਰੂਪ ਦਿੱਤਾ। ਤੇ ਸਤਿਗੁਰੂ ਰਾਮਦਾਸ ਜੀ ਨੇ ਫਿਰ ਸ਼ਾਹੀ ਠਾਠ ਦੇ ਨਾਲ ਗੁਰੂ ਦਾ ਹੁਕਮ ਮੰਨ ਕੇ ਉਹ ਰੇਸ਼ਮੀ ਵਸਤਰ ਪਹਿਨਣੇ ਸ਼ੁਰੂ ਕੀਤੇ। ਖੈਰ ਇੱਥੇ ਪਰਮਾ ਸ਼ਬਦ ਆਇਆ, ਮੈਂ ਤਾਂ ਕਰਕੇ ਬੇਨਤੀ ਕਰਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਚਰਨਾਂ ਕਮਲਾਂ ਦੇ ਸਰੋਵਰ ਵਿੱਚ ਰਾਜ ਹੰਸ ਵਿਰਾਜ ਰਹੇ ਹਨ। ਪਰਮ ਹੰਸ ਕੌਣ? ਬ੍ਰਹਮ ਗਿਆਨੀ ਸਾਧੂ ਸੰਤ ਨਾਮ ਜਪਣ ਵਾਲੀਆਂ ਰੂਹਾਂ। ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ। ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕੇਵਲ ਤੇ ਕੇਵਲ ਸਿੱਖ ਹੀ ਨਹੀਂ, ਬਹੁਤ ਸਾਰੇ ਸੰਤ ਮਹਾਤਮਾ ਵੀ ਆਉਂਦੇ ਸਨ। ਔਰ ਸਤਿਗੁਰਾਂ ਦੇ ਕੋਲ ਕੇਵਲ ਸਿੱਖ ਤੇ ਸੰਤ ਹੀ ਨਹੀਂ, ਰਾਜੇ ਵੀ ਆਉਂਦੇ ਸਨ। ਸਤਿਗੁਰਾਂ ਦਾ ਸਾਰਿਆਂ ਨਾਲ ਹੀ ਰਿਲੇਸ਼ਨ ਰਿਹਾ, ਮਿਲਾਪ ਰਿਹਾ, ਸਭ ਨੂੰ ਹੀ ਮਾਸਟਰਾਂ ਨੇ ਰਸਤੇ ਪਾਇਆ ਹੈ। ਤਾਂ ਬਹੁਤ ਸਾਰੇ ਸਾਧੂ ਸਤਿਗੁਰਾਂ ਦੀ ਬੜੀ ਸੰਗਤ ਕਰਦੇ ਸਨ। ਗੁਰੂ ਪਿਆਰਿਓ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਆਸੇ ਪਾਸੇ ਪਰਮਹੰਸ ਸਾਧੂ ਸੰਤ ਬਿਰਾਜਮਾਨ ਹੁੰਦੇ ਹਨ। ਔਰ ਉਹ ਕੀ ਚਾਹੁੰਦੇ ਹਨ? ਜਿਵੇਂ ਕਮਲ ਦਾ ਫੁੱਲ ਹੈ ਤੇ ਉਹਦੇ ਉੱਪਰ ਪਰਾਗ ਹੈ ਜੋ ਪਾਊਡਰ ਜਿਹਾ ਹੁੰਦਾ ਫੁੱਲਾਂ ਦੇ ਵਿਚਾਲੇ, ਤੇ ਭੌਰੇ ਜਿਹੜੇ ਹੁੰਦੇ ਹਨ ਉਹ ਪਰਾਗ ਨੂੰ ਪ੍ਰਾਪਤ ਕਰਦੇ ਹੈ। ਤੇ ਉਹ ਸਾਧੂ, ਉਹ ਸੰਤ, ਉਹ ਸਿੱਖ ਗੁਰੂ ਦੇ ਚਰਨਾਂ ਦੀ ਧੂੜ ਨੂੰ ਪਰਾਗ ਜਾਣ ਕੇ ਪ੍ਰਾਪਤ ਕਰਨ ਲਈ ਹਮੇਸ਼ਾ ਗੁਰੂ ਦੇ ਆਸੇ ਪਾਸੇ ਰਹਿੰਦੇ ਹਨ। ਸ੍ਰੀ ਮੁਖ ਸਿੱਖ ਮਨ ਸੁਰਭ ਆਨੰਦ ਹੀਤ, ਛੁਰਤ ਨਾ ਆਸ ਪਾਸ ਸਦਾ ਸੋ ਪਰਮਾਨੀਏ। ਜਦੋਂ ਕਿਸੇ ਨੂੰ ਕੋਈ ਚੀਜ਼ ਬਹੁਤੀ ਹੀ ਚੰਗੀ ਲੱਗੇ ਤੇ ਉਸ ਤੋਂ ਪਾਸੇ ਜਾਣ ਨੂੰ ਜੀ ਨਹੀਂ ਕਰਦਾ, ਫਿਰ ਬਹਾਨੇ ਜਿਹਦੇ ਨਾਲ ਆਸੇ ਪਾਸੇ ਘੁੰਮਦਾ ਰਹਿੰਦਾ। ਕਹੋ ਸਤਿਨਾਮ। ਤੋ ਸਿੱਖਾਂ ਨੂੰ ਗੁਰੂ ਸਾਹਿਬ ਮਹਾਰਾਜ ਦੀ ਸੰਗਤ ਬਹੁਤ ਆਨੰਦ ਦੇਣ ਵਾਲੀ ਆ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਹਨ, ਜਿਵੇਂ ਕਮਲ ਦੇ ਫੁੱਲ ਉੱਤੇ ਪਰਾਗ ਸ਼ੋਭ ਰਿਹਾ ਤੇ ਉੱਥੇ ਭੌਰੇ ਜਿਹੜੇ ਘੁੰਮਦੇ ਰਹਿੰਦੇ ਹਨ, ਇਸੇ ਤਰ੍ਹਾਂ ਗੁਰੂ ਜੀ ਦੇ ਚਰਨਾਂ ਦੇ ਉੱਪਰ ਜੋ ਧੂੜ ਹੈ ਪਰਾਗ ਵਰਗੀ ਖੁਸ਼ਬੂ ਦੇਣ ਵਾਲੀ ਹੈ। ਔਰ ਗੁਰੂ ਕੇ ਸਿੱਖ ਜੋ ਹਮੇਸ਼ਾ ਗੁਰੂ ਦੇ ਨੇੜੇ ਰਹਿਣਾ ਚਾਹੁੰਦੇ ਹਨ, ਗੁਰੂ ਦੇ ਇਰਦ ਗਿਰਦ ਭੌਰਿਆਂ ਦੀ ਨਿਆਈ ਘੁੰਮਦੇ ਰਹਿੰਦੇ ਆ। ਪਰਿਕਰਮਾ ਦਾ ਮਤਲਬ ਵੀ ਇਹੀ ਹੈ ਕਿ ਮੈਂ ਤਾਂ ਇੱਥੋਂ ਬਲਿਹਾਰੇ ਜਾਂਦਾ ਹਾਂ। ਆ ਭੌਰਾ ਆਉਂਦਾ ਨਾ ਦੀਵੇ ਦੀ ਲਾਟ ਤੇ, ਬੜੀ ਤੇਜ਼ੀ ਨਾਲ ਚੱਕਰ ਕੱਢਦਾ ਹੈ, ਔਰ ਉਹ ਚਾਹੁੰਦਾ ਹੈ ਕਿ ਮੈਂ ਸਰੀਰ ਤੇ ਆ ਕੇ ਜੋਤ ਦੇ ਵਿੱਚ ਹੀ ਸਮਾ ਜਾਵਾਂ। ਕੋਈ ਸਤਿਨਾਮ। ਉਹਦੀ ਭਾਵਨਾ ਹੈ। ਸਿੱਖ ਦੀ ਵੀ ਇਹੀ ਭਾਵਨਾ ਹੈ ਕਿ ਸਤਿਗੁਰੂ ਦੇ ਦਰਸ਼ਨ ਕਰਦਿਆਂ ਇਸ ਨੂੰ ਪ੍ਰਾਪਤ ਕਰਕੇ ਇਹਦੇ ਵਿੱਚ ਹੀ ਸਮਾ ਜਾਵੇ। ਇਸ ਨੂੰ ਇਹ ਪ੍ਰਕਰਮਾ ਇਸੇ ਕਰਕੇ ਹੈ। ਖੈਰ ਪਾਤਸ਼ਾਹ ਜੀ ਕਹਿੰਦੇ ਐਸੇ ਗੁਰੂ ਦੇ ਸ਼ਰਨਾਂ ਨੂੰ ਛੱਡ ਕੇ ਦੂਰ ਜਾਣ ਨੂੰ ਜੀ ਨਹੀਂ ਕਰਦਾ। ਉਦਕ ਕਰਮ ਛੋਏ ਸਕੇ ਨਾ ਭਰਮ ਮਲ, ਐਸੋ ਸ਼੍ਰੀ ਗੋਬਿੰਦ ਸਿੰਘ ਪਦ ਕੰਜ ਜਾਣੀਐ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ੋਭਾਏਮਾਨ ਚਰਨ ਕਿੰਨੇ ਸੁੰਦਰ ਹਨ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ, ਪਰ ਪਾਣੀ ਤੇ ਚਿੱਕੜ ਉਸ ਨੂੰ ਡੋਬ ਨਹੀਂ ਸਕਦੇ, ਉਹਨੂੰ ਗੰਦਾ ਨਹੀਂ ਕਰ ਸਕਦੇ। ਚਿੱਕੜ ਦੇ ਵਿੱਚ ਰਹਿ ਕੇ ਵੀ ਕਮਲ ਦਾ ਫੁੱਲ ਆਪਣੇ ਆਪ ਨੂੰ ਸਾਫ਼ ਰੱਖਦਾ। ਜਿਵੇਂ ਉਸੇ ਤਰ੍ਹਾਂ ਹੀ ਜਿਹੜਾ ਗੁਰੂ ਦੇ ਚਰਨ ਕਮਲਾਂ ਨਾਲ ਜੁੜ ਗਿਆ, ਉਸ ਨੂੰ ਭਰਮ ਰੂਪੀ ਚਿੱਕੜ ਗੰਦਾ ਨਹੀਂ ਕਰ ਸਕਦਾ। ਭਾਵ ਸੰਸਾਰ ਦੇ ਵਿਸ਼ੇ ਵਿਕਾਰਾਂ ਦਾ ਉਸ 'ਤੇ ਅਸਰ ਨਹੀਂ ਹੁੰਦਾ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਕਹੋ ਸਤਿਨਾਮ, ਉਹ ਸੰਸਾਰ ਦੇ ਵਿਸ਼ੇ ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚੋਂ ਪੈਦਾ ਹੋ ਕੇ ਪਾਣੀ ਵਿੱਚ ਰਹਿੰਦਾ ਹੋਇਆ 4-5 ਉਂਗਲਾਂ ਉੱਚਾ ਹੀ ਖੇਡਦਾ ਹੈ, ਔਰ ਹੁਲਾਰੇ ਵੀ ਲੈਂਦਾ ਹਵਾ ਵਿੱਚ, ਖੁਰਾਕ ਚਿੱਕੜ 'ਚੋਂ ਲੈਂਦਾ ਹੈ, ਪਰ ਉਹਦਾ ਧਿਆਨ ਸੂਰਜ ਨਾਲ ਜੁੜਿਆ ਹੋਇਆ ਹੈ। ਉਹ ਗੁਰੂ ਪਿਆਰੋ ਸੂਰਜ ਕਰਕੇ ਖਿੜਦਾ ਹੈ। ਜਿਵੇਂ ਜਿਵੇਂ ਸੂਰਜ ਛਿਪ ਜਾਂਦਾ ਹੈ, ਕਮਲ ਦਾ ਫੁੱਲ ਇਕੱਠਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖ ਐਸੇ ਗੁਰੂ ਦੇ ਚਰਨਾਂ ਦੀ ਗੁਰੂ ਪਿਆਰਿਓ ਪ੍ਰਾਪਤੀ ਲਈ ਗੁਰੂ ਦੇ ਨੇੜੇ ਰਹਿੰਦੇ ਹਨ। ਕਿਉਂਕਿ ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ ਇਹਦਾ ਸੁਭਾਅ ਹੈ। ਜਿਹੜਾ ਇਹਦੀ ਚਰਨ ਸ਼ਰਨ ਵਿੱਚ ਆ ਗਿਆ, ਫਿਰ ਉਸ ਦੇ ਉੱਤੇ ਜਮਾਂ ਦਾ ਜਾਲ, ਭਰਮਾਂ ਦਾ ਜਾਲ ਨਹੀਂ ਪੈਣ ਦਿੰਦੇ ਜੀ ਸਭਈਆ।
गोबिंद सिंह गुरु गददायक आन की आस नहीं मन राई। ਸੰਤੋਖ ਸਿੰਘ ਕਵੀ ਕਹਿੰਦਾ ਜਿਹਨੂੰ ਇਹੋ ਜਿਹਾ ਗੁਰੂ ਮਿਲ ਜਾਵੇ ਉਹਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਆਪਣੇ ਵੱਡੇ ਭਾਗ ਹੈ ਇਹ ਪਰਮੇਸ਼ਰ ਦੀ ਕਿਰਪਾ। ਪਹਿਲਾਂ ਤਾਂ ਟੇਢੀਆਂ ਜੂਨਾਂ ਚੋਂ ਕੱਢ ਕੇ 84 ਲੱਖ ਜੂਨਾਂ ਚੋਂ ਕੱਢ ਕੇ ਮਨੁੱਖ ਬਣਾਇਆ। ਫਿਰ ਉਹਨਾਂ ਤੇ ਹੋਰ ਵੀ ਕਿਰਪਾ ਮੰਨੋ ਕਿ ਉਹਨਾਂ ਨੂੰ ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਜਨਮ ਦੇਤਾ। ਕੋ ਸਤਨਾਮ, ਇਹ ਵੀ ਵੱਡੀ ਕਿਰਪਾ। ਔਰ ਉਹਨਾਂ ਦੇ ਵਿੱਚੋਂ ਵੀ ਸ਼ਾਂਤੀ ਕਰਕੇ ਉਹਨਾਂ ਦੇ ਵੱਡੀ ਕਿਰਪਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਹੋਰ ਆਸੇ ਪਾਸੇ ਨਹੀਂ ਭਟਕਦੇ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਐਸਾ ਹੋਵੇ ਜੈਸੇ ਮਾਤਾ ਗੁਜਰੀ ਦੇ ਲਾਲ ਜੀ। ਸੰਤੋਖ ਸਿੰਘ ਕਹਿੰਦਾ ਉਹ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ, ਜਿਨ੍ਹਾਂ ਨੂੰ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਿਲ ਗਿਆ ਮੁਕਤੀ ਦਾਤਾ, ਉਹਨਾਂ ਨੂੰ ਕਿਸੇ ਦੀ ਆਸ ਰੱਖਣ ਦੀ ਕੋਈ ਲੋੜ ਨਹੀਂ। ਚਾਤਰਕ ਚੀਤ ਮੋਹ ਮੋਹਰਟ ਸਵੰਤ ਦੀਦਾਰ ਕਬੇ ਪਾਈ। ਉਹ ਜਿਵੇਂ ਪਪੀਹਾ ਮੋਹਰ ਮੂੰਹ ਬਾਰ-ਬਾਰ ਆਪਣੇ ਮੂੰਹ ਦੇ ਨਾਲ ਪੀਓ 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 ਦੀ ਰੱਟ ਲਾਈ ਰੱਖਦਾ। ਸਿੱਖਾ ਤੂੰ ਪਪੀਹਾ ਬਣ ਜਾ, ਚਿੱਤ ਵਿੱਚ ਹਮੇਸ਼ਾ ਉਹਨੂੰ ਯਾਦ ਕਰਿਆ ਕਰ, ਰਾਟ ਲਾਇਆ ਕਰ। ਕਰੇ ਤਾਂ ਸਵਾਂਤੀ ਬੂੰਦ ਡਿੱਗੂਗੀ ਤੇਰੇ ਵਾਸਤੇ ਦੇਊਗਾ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਂ ਅੱਧੀ ਰਾਤ ਦਾ 12 ਤੋਂ ਟਾਈਮ ਟੱਪ ਗਿਆ। ਮਾਤਾ ਤ੍ਰਿਪਤਾ ਜੀ ਦਾ ਖਿਆਲ ਹੋਇਆ ਕਿਤੇ ਪਏ ਪਏ, ਵੇਖਿਆ ਕਿ ਮੇਰਾ ਪੁੱਤਰ ਨਾਨਕ ਹਜੇ ਮੰਜੇ ਤੇ ਚੌਂਕੜਾ ਮਾਰ ਕੇ ਬੈਠਾ ਪਿਆ ਨਹੀਂ। ਉੱਠ ਕੇ ਮਾਤਾ ਪੁੱਛਦੀ ਆ ਪੁੱਤਰ ਸੌਂ ਜਾ, ਹੁਣ ਅੱਧੀ ਰਾਤੋਂ ਰਾਤ ਲੰਘ ਗਈ ਆ। ਪਾਤਸ਼ਾਹ ਕਹਿੰਦੇ ਮਾਤਾ ਮੈਂ ਕਿਵੇਂ ਸੌਂ ਜਾ? ਕਿਉਂ? ਮੇਰੀ ਉਹ ਪਪੀਹੇ ਨਾਲ ਸ਼ਰਤ ਲੱਗੀ ਹੋਈ ਆ। ਇਹ ਪਪੀਹਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੀਓ 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 ਕਰੀ ਜਾਂਦਾ ਹੈ। ਉਸ ਮਾਲਕ ਕੋਲੋਂ ਸਵਾਂਤੀ ਬੂੰਦ ਮੰਗਦਾ ਹੈ ਤੇ ਮੈਂ ਵੀ ਜਿੰਨਾ ਚਿਰੋਂ ਮਿਲ ਨਹੀਂ ਜਾਂਦਾ ਮੈਂ ਕਿਵੇਂ ਸੌਂ ਜਾ, ਮੈਂ ਕਿਵੇਂ ਚੁੱਪ ਕਰ ਜਾ। ਤੇ ਉਸ ਵੇਲੇ ਮਾਤਾ ਜੀ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਿਆ ਸੀਗਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਕੈ ਭੂਖ, ਉਤ ਭੁੱਖੈ ਖਾਏ ਚੱਲੀਏ ਦੁੱਖ। ਜਿਵੇਂ ਭੁੱਖ ਲੱਗਿਆ ਪ੍ਰਸ਼ਾਦਾ ਛਕੀਏ ਤੇ ਭੁੱਖ ਦਾ ਦੁੱਖ ਖਤਮ ਹੋ ਜਾਂਦਾ ਹੈ, ਨਾਮ ਜਪਣ ਦੀ ਭੁੱਖ ਲੱਗੇ ਤੇ ਬਾਕੀ ਦੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚੱਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੰਬੋਧਨ ਮਾਤਾ ਤ੍ਰਿਪਤਾ ਜੀ ਨੂੰ ਕਰਕੇ ਗੱਲ ਕਰਦੇ ਆ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ। ਖੈਰ ਭਾਈ ਸਾਹਿਬ ਜੀ ਕਹਿੰਦੇ ਸਿੱਖਾ ਓਏ ਤੂੰ ਪਪੀਹਾ ਬਣ ਜਾ, ਹਮੇਸ਼ਾ ਗੁਰੂ ਨੂੰ ਯਾਦ ਕਰਿਆ ਕਰ, ਉਹਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਕਦੇ ਤਾਂ ਮਿਲੇ ਤੈਨੂੰ। ਜਿਉ ਪਤੰਗ ਸਨੇਹ ਕੀ ਡੋਰ, ਬੰਦਾ ਡਗ ਡੋਲ ਸਿਉ ਲਿਓ ਮਿਲਾਈ। ਔਰ ਜਿਸ ਤਰ੍ਹਾਂ ਪਤੰਗ ਦਾ ਡੋਰ ਦੇ ਨਾਲ ਪਿਆਰ ਹੈ, ਜਿਵੇਂ ਪਤੰਗ ਦਾ ਡੋਰ ਦੇ ਨਾਲ ਪਿਆਰ ਹੈ, ਡੋਰ ਦੇ ਨਾਲ ਵੱਜਿਆ ਹੋਇਆ ਪਤੰਗ ਆਕਾਸ਼ਾਂ ਵਿੱਚ ਖੇਡਦਾ ਹੈ, ਡਾਵਾਂ ਡੋਲ ਅਤੇ ਬੇਵਲ ਹੈ। ਕਿਰਪਾ ਕਰਕੇ ਮੇਰਾ ਵੀ ਧਿਆਨ ਤੇਰੇ ਚਰਨਾਂ ਨਾਲ ਵੱਜਿਆ, ਤੇਰੇ ਚਰਨਾਂ ਸ਼ਰਨਾਂ ਦੀ ਡੋਰ ਨਾਲ ਵੱਜਿਆ ਹੋਇਆ ਮੈਂ ਡਾਵਾਂ ਡੋਲ ਹਾਂ। ਕਿਰਪਾ ਕਰਕੇ ਮੈਨੂੰ ਸੰਭਾਲ ਲਓ ਜੀ। ਸਿੰਧੂ ਤਾਸਨ ਹੈ ਭਵ ਕੀ ਗਤ, ਮੋਹ ਮਿਆ ਕਰ ਲਿਓ ਬਚਾਈ। ਮਹਾਰਾਜ ਇਹ ਸਾਗਰ ਜਿਹੜਾ ਹੈ ਅੱਗ ਦਾ ਹੈ, ਹੁਤਾਸਨ ਕਹਿੰਦੇ ਆ ਅੱਗ ਨੂੰ। ਮਹਾਰਾਜ ਇੱਕ ਤਾਂ ਪਾਣੀ ਦਾ ਸਾਗਰ ਹੁੰਦਾ, ਚਲੋ ਉੱਥੇ ਤਾਂ ਬੰਦਾ ਫਿਰ ਵੀ ਬਚ ਜਾਂਦਾ ਹੈ। ਇਹ ਸੰਸਾਰ ਦਾ ਤਾਂ ਅੱਗ ਦਾ ਸਾਗਰ ਹੈ। ਕਿਰਪਾ ਕਰਕੇ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਇਹ ਸੰਸਾਰ ਸਮੁੰਦਰ ਚੋਂ, ਅੱਗ ਵਰਗੀ ਦੁੱਖਾਂ ਦੀ ਇਸ ਸਾਗਰ ਚੋਂ ਮੇਰੇ ਤੇ ਰਹਿਮ ਕਰਕੇ ਮੈਨੂੰ ਇਸ ਤੋਂ ਬਚਾ ਲਓ। ਕਬੀਰ ਸਾਹਿਬ ਵੀ ਇਹੀ ਬੇਨਤੀ ਕਰਦੇ ਆ ਨਾ ਕਿ ਮਹਾਰਾਜੇ ਵਾਰ-ਵਾਰ ਮਚਣਾ, ਵਾਰ-ਵਾਰ ਮਰਨਾ, ਵਾਰ-ਵਾਰ ਜੰਮਣਾ ਮੈਨੂੰ ਚੰਗਾ ਨਹੀਂ ਲੱਗਦਾ, ਕੱਢ ਲੈ। ਇੱਕ ਦੁੱਖ ਰਾਮ ਰਹਿ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਕਦੇ ਅੱਗ ਵਿੱਚ ਮਚਣਾ ਤੇ ਕਦੇ ਮਾਂ ਦੇ ਗਰਭ ਦੀ ਅੱਗ ਵਿੱਚ ਮਚਣਾ, ਟੇਢੀਆਂ ਜੂਨਾਂ ਵਿੱਚ ਜਾਣਾ। ਕਿਰਪਾ ਕਰਕੇ ਇੱਥੋਂ ਕੱਢ ਲਓ ਜੀ। ਕਬਿਤ ਦੋ ਕਰ ਬੰਦਤ ਗੋਬਿੰਦ ਸਿੰਘ, ਦੇਤ ਹੈ ਆਨੰਦ ਸੁਖ ਕੰਧ ਅੰਗ ਮੰਦ ਹੀ। ਔਰ ਭਾਈ ਸਾਹਿਬ ਸੰਤੋਖ ਸਿੰਘ ਕਵੀ ਕਹਿੰਦੇ ਮਹਾਰਾਜ ਮੈਂ ਦੋਨੇ ਹੱਥ ਬੰਨ ਕੇ ਬੰਦਤ ਨਮਸਕਾਰ ਕਰਦਾ ਹਾਂ ਤੁਹਾਡੇ ਚਰਨਾਂ ਵਿੱਚ। ਮੈਨੂੰ ਪਤਾ ਲੱਗਿਆ ਦੇਤ ਹੋ ਆਨੰਦ ਸੁਖ ਕੰਧ, ਤੁਸੀਂ ਸੁਖ ਦੇ ਦਾਤੇ,
ਕੰਦ ਮੂਲ ਕੀ ਹੁੰਦਾ? ਫਲ ਫਰੂਟ। ਕੰਦ ਮੂਲ ਇਹ ਪਿਓਰ ਪੰਜਾਬੀ ਸ਼ਬਦ ਹੈ। ਗੁਰੂ ਪਿਆਰਿਓ, ਕੰਦ ਮੂਲ ਦਾ ਅਰਥ ਹੈ, ਕੰਦ ਹੁੰਦਾ ਬਾਹਰ ਲੱਗਿਆ ਫਲ, ਮੂਲ ਹੁੰਦਾ ਥੱਲੇ, ਜਿਵੇਂ ਥੱਲੇ ਲੱਗਦੀ ਹੈ ਮੂਲੀ, ਗਾਜਰ, ਆਲੂ ਆਦਿ, ਇਹਨੂੰ ਮੂਲ ਵਾਲੇ ਫਲ ਕਹਿੰਦੇ ਆ। ਕੰਦ ਉੱਤੇ ਲੱਗਦੇ ਆ, ਜਿਵੇਂ ਬਾਹਰ ਲੱਗਦੇ ਆ ਜੋ ਵੀ ਫਲ ਖਾਣ ਵਾਲੇ, ਤਾਂ ਇਹ ਜੋੜ ਕੇ ਕੰਦ ਮੂਲ ਕਹਿੰਦੇ ਆ। ਜੰਗਲਾਂ ਵਿੱਚ ਰਹਿਣ ਵਾਲੇ ਸਾਧੂ ਲੋਕ ਕੰਦ ਮੂਲ ਖਾਂਦੇ ਆ, ਭਾਵ ਕੋਈ ਜੜ 'ਚ ਲੱਗੇ ਫਲ ਉਹ ਪੱਟ ਕੇ ਖਾ ਲੈਂਦੇ ਆ, ਅਤੇ ਜਾਂ ਬਾਹਰ ਲੱਗੇ ਫਲ ਖਾ ਲੈਂਦੇ ਆ। ਤੋ ਇੱਥੇ ਸਤਿਗੁਰਾਂ ਨੂੰ ਕੀ ਕਿਹਾ? ਸੁੱਖ ਕੰਦ। ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਹਨ, ਇਹ ਸੁੱਖ ਦੇਣ ਵਾਲਾ ਫਲ ਹੈ। ਅਤੇ ਸੁੱਖ ਵੀ, ਸੁੱਖ ਅਤੇ ਦੁੱਖ ਤੋਂ ਤਾਂ ਆਉਂਦੇ ਜਾਂਦੇ ਹੈ। ਮੈਂ ਸੁੱਖ ਨੂੰ ਹੁਣ ਸੁੱਖ ਨਾ ਕਹਾਂ, ਇਸ ਨੂੰ ਇਹ ਆਨੰਦ ਹੈ। ਦੇਤ ਹੈ ਆਨੰਦ ਸੁੱਖ ਕੰਦ, ਅਗ ਮੰਦ ਹੀ। ਅਤੇ ਜਿਨ੍ਹਾਂ ਨੂੰ ਇਹ ਆਨੰਦ ਆ ਗਿਆ, ਉਹਨਾਂ ਦੇ ਪਾਪ ਮੰਦ ਪੈ ਗਏ, ਮਾੜੇ ਪੈ ਗਏ, ਖਤਮ ਹੋ ਗਏ, ਘਟ ਗਏ। ਸਿਆਲ ਤੇ ਮਿਰਗੰਧ ਪਟ ਬੀਜ ਨੇ ਦੇ ਆਨੰਦ ਕਰੇ, ਕੀਟ ਤੇ ਕੇ ਜੰਦ ਪੰਥ ਦੋਏ ਗਤ ਬੰਦ ਹੀ। ਐ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸੁੱਖ ਕੰਦ ਦੇ ਕਰਕੇ, ਉਹ ਆਨੰਦ ਦੇ ਕਰਕੇ ਪਤਾ ਸਾਨੂੰ ਕੀ ਬਣਾਤਾ। ਔਰ ਇਹ ਕੇਵਲ ਲਿਖਣ ਮਾਤਰ ਨਹੀਂ, ਭਾਈ ਸਾਹਿਬ ਜੀ ਨੇ ਐਸਾ ਐਸਾ ਆਪਣਾ ਛੰਦਾਬੰਦੀ ਕੀਤੀ ਹੈ ਕਿ ਇਤਿਹਾਸ ਦੇ ਵਿੱਚ ਗੁਰੂਆਂ ਦੇ ਜੀਵਨ ਨੂੰ ਭਰਿਆ ਹੈ। ਗੁਰੂ ਪਿਆਰਿਓ, ਗੁਰਬਾਣੀ ਦੇ ਸ਼ਬਦਾਂ ਨੂੰ ਵੀ ਛੰਦਾਬੰਦੀ ਦੇ ਰੂਪ ਵਿੱਚ ਉਹ ਅਰਥਾਂ ਨੂੰ ਛੰਦਾਬੰਦੀ ਵਿੱਚ ਲੈ ਕੇ ਆਉਂਦਾ। ਕੀ ਕਹਿੰਦੇ ਆ? ਵਾਹ ਵਾਹ, ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਣਾ ਦਿੱਤਾ ਸਿਆਲ ਤੇ ਮਿਰਗ ਇੰਦ। ਹੁਣ ਮਿਰਗ ਕੀ ਹੈ? ਜੰਗਲੀ ਜਾਨਵਰ। ਤੇ ਮਿਰਗਾਂ ਦਾ ਇੰਦਰ ਕੌਣ ਹੈ? ਸ਼ੇਰ। ਇਹ ਉਹ ਗੁਰੂ ਗੋਬਿੰਦ ਸਿੰਘ ਹੈ ਜਿਹਨੇ ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ ਹੈ। ਔਰ ਪਟ ਬੀਜ ਨੇ ਦਨਿੰਦ ਕਰੇ, ਪਟ ਬੀਜ ਨੇ ਹੁੰਦੇ ਹਨ ਗੁਰੂ ਪਿਆਰੋ ਥੋੜ੍ਹੀ ਜਿਹੀ ਚਮਕ ਰੱਖਣ ਵਾਲੇ ਟਟਿਆਣੇ, ਜਿਹੜੇ ਸਿਆਲਾਂ ਦੇ ਵਿੱਚ ਪਾਣੀ ਦੇ ਉੱਤੇ ਚੱਲਦੇ ਹਨ। ਐਸਾ ਗੁਰੂ ਗੋਬਿੰਦ ਸਿੰਘ ਜਿਹਨੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤੇ ਔਰ ਜੁਗਨੂਆਂ ਨੂੰ ਸੂਰਜ ਬਣਾ ਦਿੱਤਾ। ਅਗਿਆਨੀਆਂ ਨੂੰ ਗਿਆਨ ਦੇ ਕੇ ਸੂਰਜ ਜਿੰਨਾ ਗਿਆਨ ਦੇਤਾ। ਜਿਵੇਂ ਕੋਈ ਪਟਵੀਜ ਨਾ ਟਟਿਆਣੇ ਦੇ ਵਿੱਚ ਪ੍ਰਕਾਸ਼ ਭਰ ਦੇਵੇ। ਹੁਣ ਟਟਿਆਣੇ ਦਾ ਪ੍ਰਕਾਸ਼ ਕਿੰਨਾ ਕੁ ਹੈ? ਉਹਦੀ ਅਸਲ ਵਿੱਚ ਥੱਲਿਓਂ ਖੰਭ ਚਮਕਦੇ ਆ, ਜਦੋਂ ਉੱਡਦਾ ਹੈ ਤਾਂ ਖੰਭ ਬਾਹਰ ਚਮਕਦੇ ਆ, ਬੰਦ ਕਰਦਾ ਤੇ ਉਹ ਬੰਦ ਹੋ ਜਾਂਦੇ। ਇਸ ਕਰਕੇ ਉਹ ਝਿਲਮਿਲ ਕਰਦਾ ਟਟਿਆਣਾ। ਪਟਵੀਜ ਨਾ ਕਹਿੰਦੇ ਆ ਉਸ ਨੂੰ। ਹੁਣ ਉਹਦਾ ਕਿੰਨਾ ਕੁ ਪ੍ਰਕਾਸ਼ ਹੈ ਅਤੇ ਸੂਰਜ ਦਾ ਕਿੰਨਾ ਪ੍ਰਕਾਸ਼ ਹੈ। ਭਾਵ ਸਾਨੂੰ ਅਗਿਆਨੀਆਂ ਨੂੰ ਦਮਦਮਾ ਸਾਹਿਬ ਤਲਵੰਡੀ ਕਿਹਾ ਪਾਤਸ਼ਾਹ ਨੇ। ਇਹ ਸਾਡੀ ਗੁਰੂ ਕੀ ਖਾਸ਼ੀ ਹੈ। ਔਰ ਇੱਥੇ ਮਾਲਵੇ ਦੇ ਢੋਰ ਜਿਹੜੇ ਹਨ ਉਹ ਗਿਆਨੀ ਬਣਨਗੇ। ਕਹੋ ਸਤਿਨਾਮ। ਢੋਰ ਹੁੰਦੇ ਆ ਪਸ਼ੂ ਬਲਦ। ਭਾਵ ਇਸ ਮਾਲਵੇ ਦੇ ਜਿਹੜੇ ਲੋਕ ਹਨ ਜਿਨ੍ਹਾਂ ਦੀ ਬਹੁਤ ਛੋਟੀ ਮੱਤ ਹੈ, ਉਹ ਇਸ ਗੁਰੂ ਕੀ ਕਾਸ਼ੀ ਵਿੱਚ ਆ ਕੇ ਇੱਥੇ ਵੱਡੇ ਵੱਡੇ ਗਿਆਨੀ ਬ੍ਰਹਮ ਗਿਆਨੀ ਬਣ ਗਏ ਔਰ ਗੁਰੂ ਦੀ ਕਿਰਪਾ ਵਰਤ ਰਹੀ ਆ। ਕਹੋ ਸਤਿਨਾਮ। ਉਹਨਾਂ ਨੇ ਬਚਨ ਕੀਤਾ, ਜਦ ਸਿੰਘਾਂ ਨੇ ਪੁੱਛਿਆ ਮਹਾਰਾਜ ਇਹ ਬਚੀ ਹੋਈ ਸਿਆਹੀ ਤੇ ਬਚੀਆਂ ਹੋਈਆਂ ਕਲਮਾਂ ਤੁਸੀਂ ਇਹ ਸਰੋਵਰ ਲਿਖਣਸਰ ਸਰੋਵਰ ਵਿੱਚ ਕਿਉਂ ਪਾ ਦਿੱਤੀਆਂ? ਕਹਿੰਦੇ ਮੈਂ ਇੱਥੇ ਕਾਸ਼ੀ ਵਿੱਚ ਵਿਦਿਆ ਵੀ ਚਲਾ ਦਿੱਤੀ ਆ। ਜਿਹੜਾ ਸਿੱਖ ਇੱਥੇ ਆ ਕੇ ਊੜਾ ਆੜਾ ਲਿਖੇਗਾ, ਆਪਣੀ ਉਂਗਲ ਨਾਲ 35 ਅੱਖਰੀ ਲਿਖੇਗਾ, ਉਸ ਨੂੰ ਗਿਆਨ ਹੋ ਜਾਵੇਗਾ, ਉਹਨੂੰ ਸੰਸਾਰਕ ਵਿਦਿਆ ਧਾਰਮਿਕ ਵਿਦਿਆ ਪ੍ਰਾਪਤ ਹੋਵੇਗੀ। ਐਸੇ ਗੁਰੂ ਨੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਹੈ। ਭਾਈ ਦਇਆ ਸਿੰਘ ਨੂੰ ਪੁੱਛਦੇ ਆ, ਹਾਂ ਬਈ ਕਿੱਥੋਂ ਆਇਆ ਜੀ? ਲਾਹੌਰ ਤੋਂ। ਅੱਛਾ, ਲਾਹੌਰ 'ਚ ਕੀ ਨਾਂ? ਦਇਆ। ਦਇਆ ਪੈਦਾ ਹੋ ਗਈ ਲਾਹੌਰ ਵਿੱਚ। ਦੇਖੋ ਬਾਬੇ ਨਾਨਕ ਨੇ ਕਿਹਾ ਸੀਗਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਤੀਜੇ ਪਾਤਸ਼ਾਹ ਨੇ ਫਿਰ ਬਚਨ ਬਦਲਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ। 10ਵੇਂ ਪਾਤਸ਼ਾਹ ਨੇ ਲਾਹੌਰ ਵਿੱਚ ਦਇਆ ਵੀ ਪੈਦਾ ਕਰਤੀ। ਇੰਨਾ ਕਹਿ ਕੇ ਕਹੋ ਸਤਨਾਮ। ਲਾਹੌਰ ਵਿੱਚ ਦਇਆ ਪੈਦਾ ਹੋ ਗਈ। ਉਹ ਦਇਆ ਰਾਮ ਕਦੇ ਤਲਵਾਰ ਚੱਕੀ ਆ? ਨਾ ਨਾ ਮਹਾਰਾਜ, ਨਾ ਨਾ। ਅਸੀਂ ਤਾਂ ਡਰਦੇ ਹਾਂ ਕਿਤੇ ਵੱਜ ਨਾ ਜਾਵੇ ਉਂਗਲ ਤੇ। ਕਹੋ ਸਤਨਾਮ। या हम तो तोलन जाने तकड़ी, यार हम जात हमारी खतरी, चिड़ी उड़े तो हम डर जाएं, दुश्मन से कैसे लड़ पाएं। तलवार तो पठाना मुगलों वास्ते चकनी सी ना। ते बाबा जी कहते पहले जामे च खत्रियां तै धर्म छोड़िया मलेश भाखिया गही। खत्रिय धर्म है शास्त्र में संभाल के रखना, शास्त्र का अभ्यास करते रहना ताकि दुश्मन दूर रहे। पर भारत वासियों ने शास्त्र छड्डता। जो इन्होंने शास्त्र छड्डता तो मुगलों का जोर पै गया, इन्हों गुलाम कर लिया और हुण उन्हों की बोली बोलन लगे आ। कहो सतनाम।
ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦਇਆ ਰਾਮ ਕਦੇ ਤਲਵਾਰ ਚੱਕੀ ਨਹੀਂ ਮਹਾਰਾਜ, ਇਸ ਤਾਂ ਡਰਦੇ ਆ, ਕਹਿੰਦੇ ਆ ਜਾ ਫਿਰ ਤੈਨੂੰ ਹੀ ਤਲਵਾਰ ਚਕਾ ਕੇ 1.25 ਲੱਖ ਦਾ ਖਾਤਮਾ ਕਰਾਉਣਾ ਹੈ। इन गरीबन को द्यो पातशाही याद रखे हमारी गुरियाई। जब पुछदा ना आके केशवदास पंडित ब्राह्मण कहंदा महाराज तुसी कई जंग कीते सारे जिते ते आ तुसी आखिरी समय एक वड्डा महाजग कीता है ते जदों राजे महाराजे महाजग करदे आ ते उदों पहला सानू ब्राह्मणों नूं बुलाउंदे आ 11 ਜਾਂ 21 ब्राह्मणों नूं प्रशादा छकाउंदे आ फिर आ सारे नीवियां जातां वाले नूं छकाउंदे आ तुसीं ये सारे इकट्ठे बिठा छड्डे आ सानू जहाद ही नहीं कीता। गुरु गोबिंद सिंह जी कहंदे विसर गए हो मिसर जू पांडे जी भुल गए आहो आ भी भुल गए वो उच्चा हो गया बाबा जी थोड़ा नीवा जा बोले ना पंडित जी भुल गए वो होर उच्ची उच्ची बोलन लगे। पातशाह 2-4 मिनट सुनते रहे चुप कर गए और फिर पंडित कहते खड़ जा चुप कर जा पंडिता इन पे ये तुहाडी ही उपज हन सारे किसी नूं खत्तरी बनाता किसी नूं शूद्र बनाता किसी नूं वैश्य बनाता ये तुहाडी उपज है इन पे कटाक्ष कृपा के निहारो तू इन्हां नूं माड़े क्यों कहना बई किरपा दृष्टि नाल वेखे भी तेरे बनाए हुए है ना। पहला तो एक बंदा आया सीगा ये तू ही पाड़ के 4 तरह के लोक बनाते किरपा कटाक्षिया निहारो जे कहें तो तेरे घरे प्रशादा भेज देने है। निहारी कहने प्रशादा भेजन गुस्सा ना कर कोई नहीं घरे भेज देने दोबारा पा के होर गर्म हो गया सोचा बाबा जी तो झड़कते नहीं मैनू ते हौली हौली बोली जाते हैं जिवें भुल गए होंगे भुले नहीं है। जदों बहुत ही बोलिया तो पातशाह कहने सुन ला फिर सिखो तुसी भी सुन लो अज तो बाद लंगर चलाउण वेले किसी ब्राह्मण नूं सद्दण दी लोड़ नहीं आपे बनाओ अरदासा करो भोग लाओ तो आपे छक छका लो को सतनाम। इन्हीं की कृपा के सजे हम हैं ते पातशाह संगत वल करके हाथ उंगल कहंदे इन्हां दी कृपा दे नाल ही मैं गुरु हाँ इन्हां दी कृपा ही है सारी। इन्हीं की कृपा के सजे हम हैं नहीं मोस्यो करोड़ गरीब परे बहुत बड़ा सवैया लिखते हैं दोहरा लिखते हैं इन्हीं की कृपा के तम धान भरे आ जेड़े मेरे धाम दे विच मेरे घर दे विच जो धान भाव राशन सारा लंगर दा साजो समान है ये सारा यही तो लैके आउंदे आ कोई सतनाम। फिर रोन लग पिया पंडित जो पातशाह ने हुक्म करता ना हुक्मनामा जारी करता जमा ही इन्हां नूं पिछे लाता जमा चंगी तरह पक्के तौर पर हुक्मनामा जारी करता अज तो बाद किसी सिंह ने किसी सिख ने किसी ब्राह्मण नूं बना के स्पैशल नहीं खवाउणा बई ये ब्राह्मण है पहले इहनूं साइड ते बिठा के खवाओ सारे इकट्ठे हाँ बिच ब्राह्मण भी आ जान असीं रोकदे नहीं कोई भी आवे पर ये गुरु की सख है संगत है ना इत्थे कोई ब्राह्मण है ना शूद्र है ना खत्तरी है ना वैश्य है हूँ असीं सारे काम करते हैं असीं ब्राह्मणों वांगू ज्ञान भी दे सकते हैं असीं छत्रियां वांगू जंग भी कर सकते हैं असीं शूद्र वांगू भांडे भी मांजते हैं थले जोड़े भी साफ करते हैं असीं सिख हाँ जेड़े असीं वपार का ज्ञान भी रखते हैं असीं वैश्य भी हाँ गुरु ने सारे गुण सिख दे विच भरे आ को सतनाम। पर वंडियां नहीं पाइयां एक निशान साहब दे हेठां इकट्ठे कीता है असीं सारे मित्र मित्र हाँ असीं भरा भरा हाँ साडा एक प्यो गुरु गोबिंद सिंह है एक माता माता साहब कौर है को सतनाम। मनोवृत्तियां उत्थे रखीए भाई साहब जी कह रहे हैं बड़ी कृपा कीती जिस गुरु गोबिंद सिंह ने गिद्धड़ा नूं शेर बनाता पटवीजनियां नूं छोड़े ज्ञान वालियां नूं ज्ञान दे सूरज बना दिते कीट ते गजेंद्र कीड़ी नूं हाथी बना दिता। हाथी वैसे हंकार वास्ते भी शब्द वरत्या जाता है पर इत्थे हाथी का मतलब है ताकत बल ते कीड़ी भी छोटा बल हुंदा है ते कहंदे थोड़े बल वालियां विच बहुता बल परता बचित्र सिंह नूं कहंदे जा फिर मार नागनी ਉਹਦੇ मत्थे विच ते फिर पातशाह जी ने उस बचित्र सिंह दे राही ऐसी पावर भरी कि तवियां नूं चीरदी हुई हाथी दे मत्थे नूं पाड़दी हुई ते हाथी दे मत्थे विच जख्म कीता ते हाथी तक कीड़ी दी दंदी नहीं झलदा ते फिर वर्षा जद वजिया ते नोक खुब्बी विच ते जाके ते घुमा के भाई साहब ने मधानी गेड़ा दे के वापस करी बस फिर तो थले झुक गया पहला तो गोडनियां लग गई मूरलियां आउंदियां ऐ लगता जिवें बचित्र सिंह नूं मत्थे टेकदा होवे को सत कराया पीड़ इन्नी हुई उस दे फिर पुट्ठा मुड़िया पुट्ठा भजिया ते फिर गुरु प्यारिओ जिहड़ी सुंड नाल लम्मी तलवार बन्नी आ दो धारी दोने पासियों तिखी सीधी तलवार आ
ਤਲਵਾਰ ਦੇ ਕਈ ਰੂਪ ਆ, ਗੋਲੀਆ ਵੀ ਆ, ਲੰਬੀ ਵੀ ਆ, ਥੋੜੀ ਵਿੰਗੀ ਵੀ ਆ, ਬਹੁਤੀ ਵਿੰਗੀ ਵੀ ਆ। ਤੋ ਸਿੱਧੀ ਤਲਵਾਰ ਬੰਨੀ ਆ ਤੇ ਉਹ ਸੁੰਡ ਨੂੰ ਐਦਾਂ ਮਾਰਦਾ ਹੋਇਆ ਭੱਜਿਆ ਤੇ ਬਹੁਤੇ ਸਾਰੇ ਪਹਾੜੀਏ ਤੇ ਪੈਰਾਂ ਥੱਲੇ ਆ ਕੇ ਮਾਰੇ ਗਏ ਤੇ ਕੋ ਸੁੰਡ ਨਾਲ ਵੱਢੇ ਗਏ। ਵਾਹ ਗੁਰੂ ਗੋਬਿੰਦ ਸਿੰਘ, ਤੂੰ ਤਾਂ ਕੀੜਿਆਂ ਨੂੰ ਹਾਥੀ ਬਣਾਉਣ ਵਾਲਾ, ਪੰਥ ਦਿਓ ਗਤਵੰਦਹੀ, ਜਿਨ੍ਹਾਂ ਨੇ ਖਾਲਸਾ ਪੰਥ ਆਉਣ ਵਾਲੇ ਸਮੇਂ ਦੇ ਵਾਸਤੇ ਮੁਕਤੀ ਦਾਤਾ ਸਾਜ ਦਿੱਤਾ ਹੈ। ਪੰਜ ਪਿਆਰੇ ਖਾਲਸਾ ਪੰਥ ਸਾਜਣਾ ਕੀਤਾ ਹੈ ਜੀ। ਬਸ ਕਾਖ ਗੰਦ ਜਿਨ ਕਾਕ ਕੇ ਮਰਾਲ ਬਰਿੰਦ, ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ। ਓ ਤੂੰ ਤਾਂ ਬੜਾ ਪੂਜਣ ਯੋਗ ਹੈ ਸਤਿਗੁਰੂ ਗੋਬਿੰਦ ਸਿੰਘ, ਤੂੰ ਤਾਂ ਮਸ਼ਕ ਨੂੰ ਖਗਿੰਦ ਬਣਾਤਾ, ਮੱਛਰਾਂ ਨੂੰ ਖਗਿੰਦ, ਪੰਛੀਆਂ ਦਾ ਮੁਖੀ ਗਰੜ ਪੰਛੀ, ਕਹੋ ਸਤਨਾਮ ਸੀ। ਭਾਵ ਤੂੰ ਨਿਮਾਣਿਆਂ ਨੂੰ ਮਾਣ ਦੇ ਕੇ ਤੂੰ ਇੰਨੀਆਂ ਉੱਚੀਆਂ ਪਦਵੀਆਂ ਉੱਤੇ ਚੜਾ ਦਿੱਤਾ ਹੈ, ਕਮਾਲ ਕਰ ਦਿੱਤੀ ਹੈ। ਮਸ਼ਕ ਖਗਿੰਦ, ਮੱਛਰ ਵਰਗੇ ਕੰਗਾਲਾਂ ਨੂੰ, ਗਰੀਬਾਂ ਨੂੰ ਤੂੰ ਜਿਹੜਾ ਹੈ ਗਰੜ ਪੰਛੀ ਵਾਂਗੂ ਬਣਾ ਦਿੱਤਾ ਹੈ। ਔਰ ਤੂੰ ਤਾਂ ਕਾਵਾਂ ਨੂੰ ਹੰਸ ਕਰ ਦਿੱਤਾ ਹੈ। ਕਾਮ ਮਤਲਬ ਵਿਸ਼ੇ ਵਿਕਾਰੀ ਮਨੁੱਖਾਂ ਨੂੰ ਗਿਆਨ ਦੇ ਕੇ ਅੰਦਰੋਂ ਸਾਫ਼ ਕਰ ਦਿੱਤਾ ਹੈ। ਉੱਥੇ ਕਾਮ ਹੰਸ ਵੀ ਬਣੇ ਆ। ਹਰਿਮੰਦਰ ਸਾਹਿਬ ਦੇ ਸਰੋਵਰ 'ਚ ਘਟਨਾ ਪਹਿਲੀ ਵਾਰ ਬੀਬੀ ਰਜਨੀ ਵੇਲੇ ਘਟੀ ਆ, ਜਿਸ ਦੇ ਪਤੀ ਨੇ ਵੇਖਿਆ ਕਾਵਾਂ ਨੂੰ ਹੰਸ ਬਣਦੇ ਆ। ਪਰ ਪੱਕੇ ਤੌਰ 'ਤੇ ਸਾਇੰਟੀਫਿਕ ਢੰਗ ਦੇ ਨਾਲ ਵਿਸ਼ੇ ਵਿਕਾਰੀ ਲੋਕ ਜਦੋਂ ਗੁਰੂ ਨਾਲ ਜੁੜਦੇ ਹਨ ਤਾਂ ਉਹ ਨਸ਼ੇ ਸ਼ਰਾਬਾਂ ਆਦੀਆਂ ਨੂੰ ਛੱਡ ਕੇ, ਮਾੜੇ ਕੰਮਾਂ ਨੂੰ ਛੱਡ ਕੇ ਗੁਰੂ ਕੇ ਸਿੰਘ ਸੱਜ ਜਾਂਦੇ ਹੈ। ਭਾਈ ਬਿਧੀ ਚੰਦ ਚੋਰੀ ਤਾਂ ਸੀਗਾ ਪਹਿਲਾਂ, ਤੇ ਇੱਕ ਦਿਨ ਚੋਰੀ ਕੀਤੀ ਆ ਕਿਸੇ ਦੀਆਂ ਮੱਝਾਂ ਦੀ, ਤੇ ਘਰ ਵਾਲੇ ਜਾਗ ਪਏ, ਮਗਰ ਪੈ ਗਏ ਔਰ ਭੱਜਿਆ ਭਾਈ ਸਾਹਿਬ, ਮੱਝਾਂ ਵੀ ਭਜਾਈਆਂ, ਛੱਪੜ ਕਰਨੀ ਮੱਝਾਂ ਮੋੜਤੀਆਂ, ਆਪ ਭੱਜਿਆ, ਇੱਕ ਡੇਰੇ ਵਿੱਚ ਵੜ ਗਿਆ। ਉਸ ਡੇਰੇ ਵਿੱਚ ਗੁਰਸਿੱਖ ਰਹਿੰਦਾ ਹੈ, ਭਜਨ ਬੰਦਗੀ ਕਰਦਾ, ਸਤਿਗੁਰੂ ਅਰਜਨ ਦੇਵ ਜੀ ਦਾ ਸੇਵਕ ਆ। ਸਾਹ ਚੜਿਆ, ਬਾਬਾ ਜੀ ਬਚਾਓ ਬਚਾਓ, ਕੀ ਹੋ ਗਿਆ? ਕਹਿੰਦਾ ਮੈਂ ਚੋਰ ਆ, ਫਿਰ ਮੈਂ ਮੱਝਾਂ ਚੋਰੀ ਕੀਤੀਆਂ ਸੀਗੀਆਂ, ਲੋਕ ਮੇਰੇ ਮਗਰ ਪੈ ਕੇ ਕੁੱਟ ਕੇ ਮਾਰ ਦੇਣਗੇ, ਬਚਾਓ ਮੈਨੂੰ। ਕਹਿੰਦੀ ਆ ਕੰਬਲ ਜਿਹਾ ਪਿਆ ਇੱਥੇ ਮੇਰੇ ਕੋਲ, ਬੁੱਕਲ ਮਾਰ ਕੇ ਤੂੰ ਬਹਿ ਜਾ, ਸਤਿਗੁਰੂ ਬਚਾਉਣਗੇ ਤੈਨੂੰ। ਉਹ ਵੀ ਬੈਠਾ ਸੀ, ਸਿਆਲ ਦਾ ਮਹੀਨਾ, 4 ਤੜਕੇ 3-4 ਵਜੇ ਭਜਨ 'ਚ ਬੈਠਾ ਸੀਗਾ। ਸ਼ਹੀਦ ਨੇ ਭਾਈ ਬਿਧੀ ਚੰਦ ਵੀ ਉੱਥੇ ਹੀ ਕੰਬਲ ਦੀ ਬੁੱਕਲ ਮਾਰ ਕੇ ਬਹਿ ਗਿਆ। ਮਗਰ ਪਿੰਡ ਵਾਲੇ ਆ ਕੇ ਪੈਰ ਦੱਬਦੇ ਦੱਬਦੇ, ਉਹ ਬਾਬਾ ਜੀ ਬੜੇ ਸਤਿਕਾਰਯੋਗ ਸੀ ਉਸ ਪਿੰਡ ਵਿੱਚ, ਤੇ ਗੁਰੂ ਪਿਆਰੂ ਆ ਕੇ ਕਹਿੰਦੇ ਬਾਬਾ ਜੀ ਇੱਧਰ ਇੱਕ ਚੋਰ ਆਇਆ ਸੀ, ਇੱਥੇ ਤਾਂ ਨਹੀਂ ਆਇਆ? ਮਹਾਂਪੁਰਸ਼ ਕਹਿੰਦੇ ਵੀ ਦੇਖ ਲਓ ਅਸੀਂ 2 ਜਣੇ ਬੈਠੇ ਆ, ਚੋਰ ਹੈ ਕਿ ਸਾਧ ਹੈ? ਉਹ ਨਹੀਂ ਨਹੀਂ ਮਹਾਰਾਜ ਤੁਸੀਂ ਥੋੜ੍ਹਾ ਹੀ ਆ, ਇਹ ਤੁਹਾਨੂੰ ਪੁੱਛਿਆ ਸੀਗਾ। ਕਹਿੰਦੇ ਵੀ ਇੱਧਰ ਤਾਂ ਨਹੀਂ ਆਇਆ, ਕਿ ਦੇਖ ਲਓ ਕਿੱਥੇ ਆ, ਕੀ ਚੋਰੀ ਹੋ ਗਿਆ ਜੀ? ਮੱਝਾਂ, ਕਹਿੰਦੇ ਮੱਝਾਂ ਛੱਪੜ ਛੋਣਗੀਆਂ, ਦੇਖ ਲਓ। ਉਹ ਛੱਪੜ ਵੱਲ ਗਏ ਤੇ ਮੱਝਾਂ ਉੱਥੋਂ ਮਿਲ ਗਈਆਂ। ਭਾਈ ਬਿਧੀ ਚੰਦ ਉਹਨਾਂ ਦੇ ਮੁੜਨ ਤੋਂ ਬਾਅਦ ਪੈਰੀ ਪੈਂਦਾ, ਵਾਹ ਮਹਾਰਾਜ ਬਚਾਤਾ ਅੱਜ, ਨਹੀਂ ਤਾਂ ਇਹਨਾਂ ਨੇ ਕੁੱਟ ਕੇ ਮਾਰ ਦੇਣਾ ਸੀਗਾ। ਉਹ ਕਹਿੰਦੇ ਮੈਂ ਕਾਹਨੂੰ ਬਚਾਇਆ, ਤੈਨੂੰ ਭਜਨ ਦੇ ਪ੍ਰਤਾਪ ਨੇ ਬਚਾਇਆ, ਜਾ ਗੁਰੂ ਅਰਜਨ ਦੇਵ ਦੇ ਚਰਨੀ ਲਾਵਾਂ ਤੈਨੂੰ। ਫਿਰ ਉਹਦੇ ਨਾਲ ਉਹ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਿਆ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੰਘ ਬਣਿਆ। ਤਾਂ ਉਹ ਕੌਣ ਬਣ ਗਿਆ? ਵਿਕਾਰੀ ਮਨੁੱਖ ਜਿਹੜਾ ਹੈ ਅੱਗੇ ਚੱਲ ਕੇ ਕਾਂ ਤੋਂ ਹੰਸ ਬਣ ਗਿਆ। ਕਹੋ ਸਤਨਾਮ ਸ੍ਰੀ। ਭਾਈ ਸਾਹਿਬ ਜੀ ਦੇ ਇਸ਼ਾਰੇ ਹਨ ਇਹ। ਤੂੰ ਤਾਂ ਮੱਛਰਾਂ ਨੂੰ ਗਰੜ ਪੰਛੀ, ਕਾਵਾਂ ਨੂੰ ਹੰਸ, ਔਰ ਬਰਿੰਦ ਰੰਗ ਤੇ ਨਰਿੰਦ ਕਰੇ, ਔਰ ਕੰਗਾਲਾਂ ਨੂੰ ਰਾਜੇ ਬਣਾ ਦੇਵੇਂ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿਸੇ ਫਕੀਰ ਨੇ ਕਿ ਰੱਬ ਕੀ ਕਰਦਾ ਹੈ? ਇੱਕ ਰਾਜੇ ਨੇ ਪੁੱਛਿਆ, ਸੱਚ ਕੀ ਕਰਦਾ ਹੈ ਰੱਬ? ਪਾਤਸ਼ਾਹ ਕਹਿੰਦੇ ਪੁੱਛਦਾ ਹੈ, ਪੁੱਛਣ ਵਾਲਾ ਨੀਵਾਂ ਹੋਣਾ ਚਾਹੀਦਾ, ਦੱਸਣ ਵਾਲਾ ਉੱਚਾ ਹੋਣਾ ਚਾਹੀਦਾ। ਕਹਿੰਦੇ ਫਿਰ ਕੀ ਕਰਾਂ? ਕਹਿੰਦੇ ਤੂੰ ਥੱਲੇ ਆ, ਮੈਨੂੰ ਇੱਥੇ ਬੈਠਣ ਦੇ। ਉਹ ਰਾਜਾ ਥੱਲੇ ਆ ਗਿਆ, ਪਾਤਸ਼ਾਹ ਆਸਣ ਤੇ ਬੈਠ ਗਏ। ਕਹਿੰਦੇ ਹੁਣ ਪੁੱਛ ਕੀ? ਕਹਿੰਦੇ ਜੀ ਕੀ ਕਰਦਾ? ਕਹਿੰਦੇ ਆਹੀ ਕੁਛ ਕਰਦਾ, ਨੀਵਿਆਂ ਨੂੰ ਉੱਚੇ ਕਰਦਾ, ਉੱਚਿਆਂ ਨੂੰ ਨੀਵੇਂ ਕਰ ਦਿੰਦਾ। ਕਹੋ ਸਤਨਾਮ। ਮੈਨੂੰ ਰਾਜ ਤੱਕ ਤੇ ਉਠਾਤਾ, ਤੈਨੂੰ ਥੱਲੇ ਲਾਤਾ, ਇਹ ਕੰਮ ਹੀ ਰੱਬ ਦਾ। ਪ੍ਰੀਤਮ ਜੀ ਕਹਿੰਦੇ ਰੰਗ ਤੇ ਨਰਿੰਦ ਕਰੇ ਬੰਦ ਤੇ ਮੁਕੰਦ ਹੀ ਵਾਕਿਆ, ਤੂੰ ਪੂਰਾ ਪੂਜਣ ਯੋਗ ਹੈ। ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ, ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਓ ਵਾਹ ਮਹਾਰਾਜ, ਤੁਹਾਡਾ ਸੁੰਦਰ ਸਰੂਪ ਮੈਂ ਇਹਨੂੰ ਚੰਦਰਮਾ ਦੇ ਸਮਾਨ ਨਹੀਂ ਕਹਿ ਸਕਦਾ, ਕਿਉਂਕਿ ਚੰਦਰਮਾ ਨੂੰ ਕਲੰਕ ਲੱਗਿਆ, ਉਹਨੇ ਮਾੜੇ ਬੰਦੇ ਦਾ ਸਾਥ ਦਿੱਤਾ। ਗੌਤਮ ਤਪਾ ਅਹਿਲਿਆ ਇਸਤਰੀ,
तिस देख इंद्र लुभाया, सह श्री चेन पग हुए, तामन पछोताया, कोई जान न भूलै, भाई सो भूलै जिस आप भुलाए बूझै, जिसे बुझाई खैर आखिरी पंक्ति वाल चलीए। कहते ओ परिपूर्ण परमेश्वर परमात्मा गुरु गोबिंद सिंह, ओ चंद्रमा नूं कलंक लग्या, तेरा मुख तां चंद्रमा तो भी सोहना है। अगले पदे दी विचार आपां कल नूं सरवण करांगे। हुण आपां जो 1947 ਦੇ ਸਮੇਂ ਦੇ ਵਿੱਚ ਜੋ ਸ਼ਹੀਦ ਹੋਈਆਂ ਰੂਹਾਂ, ਜਿਨ੍ਹਾਂ ਨੇ ਗੁਰੂ ਪਿਆਰਿਓ ਆਪਣੀਆਂ ਜਾਨਾਂ ਵਾਰੀਆਂ, ਉਸ ਵੇਲੇ ਤਾਂ ਉਹਨਾਂ ਦੀ ਮੁਕਤੀ ਦੇ ਨਿਮਿਤ ਉਹਨਾਂ ਦੇ ਭਲੇ ਹਿੱਤ ਆਪਾਂ 5-7 ਮਿੰਟ ਸਿਮਰਨ ਕਰਨਾ ਹੈ। ਔਰ ਕੱਲ੍ਹ 13 ਤਰੀਕ ਨੂੰ ਇੱਥੋਂ ਲਗਭਗ 9 ਵਜੇ ਸੰਗਤਾਂ ਪਹੁੰਚ ਜਾਣਗੀਆਂ। ਮੈਮੋਰੰਡਮ ਲੈ ਕੇ DC ਸਾਹਿਬ ਨੂੰ ਦੇਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਸੋ ਕੱਲ੍ਹ ਨੂੰ ਆਪ ਜੀ ਨੇ ਇੱਥੇ 9 ਤੋਂ 10 ਦੇ ਵਿੱਚ ਪਹੁੰਚਣਾ ਹੈ ਔਰ ਇਕੱਠੇ ਹੋ ਕੇ DC ਸਾਹਿਬ ਕੋਲ ਜਾਣਾ ਹੈ। ਆਓ ਪੁਰਾਤਨ ਤੇ ਵਰਤਮਾਨ ਦੇ ਸ਼ਹੀਦਾਂ ਦੀ ਭਲੇ ਦੇ ਵਾਸਤੇ, ਚੜ੍ਹਦੀ ਕਲਾ ਵਾਸਤੇ, ਕੌਮ ਦੇ ਭਲੇ ਵਾਸਤੇ ਕੁਝ ਸਮਾਂ ਸਿਮਰਨ ਕਰੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਹੇ ਅਚੁਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ हे पूरन हे सर्व मैं पंजन गुणतास हे संगी हे निरंकार हे निर्गुण सब टीक हे गोविंद हे गुण निदान जाके सदा बबेक हे अपरंपर हर हरे पी हो बनहार हे
ਸੰਤਹਿ ਕੈ ਸਦਾ ਸੰਗ ਤਾਰਾ ਆਧਾਰ ਹੇਠਾ ਕੋਰੇ ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਇਹ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।